नमस्कार, ओम शांति ते नाले सत श्री अकाल। सतगुरु करता पुरख च मैं तुहाडा स्वागत करदी हां। ਅਸੀਂ ਆਪਣੇ ਇਸ कार्यक्रम च आध्यात्मिक प्रश्न लैके आंदे हां और बहुत ही सहजपूर्वक सरलता ਦੇ ਨਾਲ ਸਾਡੇ ਜਿਹੜੇ ਭਰਾਤਾ ਹੈ ਨਿਰਵੈਰ ਭਾਈ ਸਾਹਿਬ ਅਨੁਭਵੀ ਮੂਰਤ ਉਹ ਸਾਡੇ ਪ੍ਰਸ਼ਨਾਂ ਦਾ ਉੱਤਰ ਦਿੰਦੇ ਆ। ਮੈਨੂੰ ਪੂਰਾ ਵਿਸ਼ਵਾਸ ਹੈ कि ਤੁਹਾਨੂੰ ਸਾਡਾ ਇਹ ਪ੍ਰੋਗਰਾਮ ਬਹੁਤ ਅੱਛਾ ਲੱਗਦਾ ਹੋਣਾ ਔਰ ਮੈਨੂੰ WhatsApp 'ਚ ਈਮੇਲ 'ਚ ਤੁਹਾਡੇ ਪ੍ਰਸ਼ਨ ਵੀ ਆਉਂਦੇ, ਉਨ ਪ੍ਰਸ਼ਨਾਂ ਦਾ ਹੱਲ ਵੀ ਅਸੀਂ ਦਿੰਦੇ ਤੇ ਨਾਲੇ ਤੁਹਾਡੀ ਵਿਸ਼ੇਸ ਵੀ ਸਾਨੂੰ ਆਉਂਦੀਆਂ ਕਿ ਇਹ ਪ੍ਰੋਗਰਾਮ ਬਹੁਤ ਅੱਛਾ ਲੱਗਦਾ ਤੇ ਸਾਨੂੰ ਹਰ ਸ਼ਨੀਵਾਰ ਤੇ ਐਤਵਾਰ ਇਹ ਪ੍ਰੋਗਰਾਮ ਸਾਨੂੰ ਦੱਸਿਆ ਕਰੋ। ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਤੇ ਨਾਲੇ ਸਾਡੇ ਟੈਲੀਵਿਜ਼ਨ ਸਕਰੀਨ 'ਚ ਨੀਚੇ ਇੱਕ ਕੰਟੈਕਟ ਨੰਬਰ ਤੇ ਈਮੇਲ ਵੀ ਦਿੱਤਾ ਹੋਇਆ, ਉਸ 'ਚ ਤੁਸੀਂ ਸਾਨੂੰ ਹੋਰ ਪ੍ਰਸ਼ਨ ਭੇਜੋ ਤੇ ਅਸੀਂ ਉਹਦਾ ਹੱਲ ਦਿੰਦੇ ਹਾਂ। ਆਈਏ ਸਵਾਗਤ ਕਰਦੇ ਹਾਂ ਆਪਣੇ ਨਿਰਵੈਰ ਭਾਈ ਸਾਹਿਬ ਦਾ। ਸਤਿਗੁਰੂ ਕਰਤਾ ਪੁਰਖ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਭਾਈ ਸਾਹਿਬ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ। ਓਮ ਸ਼ਾਂਤੀ ਜੀ ਜੀ। ਭਾਈ ਸਾਹਿਬ ਤੁਸੀਂ ਪਿਛਲੇ ਕੁਝ ਐਪੀਸੋਡ 'ਚ ਵਿਕਾਰਾਂ ਦੀ ਗੱਲ ਕੀਤੀ ਤੇ ਮੈਨੂੰ ਇੱਕ ਪ੍ਰਸ਼ਨ ਇੱਦਾਂ ਆਇਆ ਕਿ ਕਾਮ ਤੇ ਕ੍ਰੋਧ ਇਹ ਦੋਨਾਂ 'ਚ ਮੂਲਭੂਤ ਕੀ ਅੰਤਰ ਹੈ? ਕਿਆ ਇਹ ਦੋਨੋਂ ਸਾਡੇ ਜੀਵਨ 'ਚ ਪ੍ਰਭਾਵ ਪਾਉਂਦੇ? ਅਗਰ ਤੁਸੀਂ ਸ਼੍ਰੀਮਦ ਭਗਵਦ ਗੀਤਾ ਦਾ ਜੀ ਭਾਈ ਸਾਹਿਬ। ਅਧਿਐਨ ਕੀਤਾ ਹੋਏ ਤੇ ਤੁਹਾਨੂੰ ਪਤਾ ਲੱਗੇਗਾ ਉਹਦੇ 'ਚ ਭਗਵਾਨ ਕੀ ਕਹਿ ਰਹੇ ਅਰਜੁਨ ਨੂੰ। ਤਿੰਨ ਵਿਕਾਰ ਹੈਗੇ ਆ ਜਿਹੜੇ ਮਨੁੱਖ ਦੀ ਬੁੱਧੀ ਨੂੰ ਭ੍ਰਸ਼ਟ ਕਰ ਦਿੰਦੇ ਆ। ਉਹਦੇ 'ਚ ਪਹਿਲਾ ਨੰਬਰ ਹੈ ਕਾਮ ਵਿਕਾਰ, ਦੂਸਰਾ ਹੈ ਕ੍ਰੋਧ ਔਰ ਤੀਸਰਾ ਹੈ ਲੋਭ। ਇਹ ਤਿੰਨੋਂ ਹੀ ਇਹੋ ਜਿਹੇ ਹੈਗੇ ਆ ਤੇ ਬੁੱਧੀ ਨੂੰ ਹੀ ਬਿਲਕੁਲ ਭ੍ਰਸ਼ਟ ਕਰ ਦਿੰਦੇ ਆ। ਤੇ ਇਸ ਕਰਕੇ ਜਦੋਂ ਅਸੀਂ ਈਸ਼ਵਰੀ ਗਿਆਨ ਲੈਂਦੇ ਆ ਜੀ ਔਰ ਪਰਮਾਤਮਾ ਪਿਤਾ ਨੂੰ ਪਹਿਚਾਨਦੇ ਆ, ਉਹਨਾਂ ਦੀ ਸ਼੍ਰੀਮਤ 'ਤੇ ਚੱਲਣਾ ਸ਼ੁਰੂ ਕਰਦੇ ਆ ਤਾਂ ਉਹਨਾਂ ਦੀ ਸ਼੍ਰੀਮਤ ਇਹ ਹੈਗੀ ਹੈ ਕਿ ਆਪਣੇ ਜੀਵਨ 'ਚ ਜਿਹੜੀ ਇਹ ਬੁਰਾਈ ਹੈਗੀ ਹੈ ਇਸ ਦਾ ਤੁਸੀਂ ਸ਼ਿਵ ਬਾਬਾ ਨੂੰ ਦਾਨ ਦੇ ਦਿਓ। ਬਸ ਦੇ ਦਾਨ ਤੇ ਛੂਟੇ ਗ੍ਰਹਿਣ ਜੀ ਇਸ ਤਰ੍ਹਾਂ ਕਹਿੰਦੇ ਆ ਜੀ। ਤੇ ਜਿੱਦਾਂ ਅਸੀਂ ਸ਼ਿਵ ਨੂੰ ਸ਼ਿਵ ਦੀ ਪਿੰਡੀ ਨੂੰ ਜਿਹੜੀ ਅਸੀਂ 3-4 ਚੀਜ਼ਾਂ ਚੜਾਉਂਦੇ, ਉਸ 'ਚ ਕਿਆ ਇਹ ਆਪਣੇ ਵਿਕਾਰਾਂ ਨਾਲ ਕੰਪੇਅਰ ਕਰਦੇ ਕਿ ਜਿੱਦਾਂ ਉਹ ਵੀ ਵਿਕਾਰਾਂ ਨਾਲ ਹੈ ਇਹ ਤਾਂ ਇਹ ਸਾਡੇ ਵਿਕਾਰ ਵੀ ਹੈ? ਨਹੀਂ ਕਿ ਸ਼ਿਵ ਦੀ ਪਿੰਡੀ ਤੇ ਉਹ ਪੂਜਾ ਵਾਸਤੇ ਉਹ ਚੀਜ਼ ਚੜਾਈ ਜਾਂਦੀ ਹੈ। ਬੇਲ ਪੱਤਰ ਹੈ ਔਰ ਜਲ ਹੈ, ਦੁੱਧ ਹੈ। ਉਹ ਤੇ ਬੜੀ ਪਵਿੱਤਰ ਚੀਜ਼ਾਂ ਹੈਗੀਆਂ ਹੀ। ਉਹ ਕੋਈ ਇਹੋ ਜਿਹੀਆਂ ਚੀਜ਼ਾਂ ਪਿੰਡੀ ਤੇ ਨਹੀਂ ਚੜਾਈਆਂ ਜਾਂਦੀਆਂ। ਜਿੱਦਾਂ ਬਾਬਾ ਬੋਲਦੇ ਕਿ ਤੁਸੀਂ ਆਪਣਾ ਮਨ 'ਚ ਸੰਕਲਪ ਕਰਕੇ ਦਾਨ ਕਰ ਦਿਓ ਬਸ। तो क्रोध च क्या इतना बड़ा प्रभाव है जे? ਤੁਸੀਂ ਕਰਕੇ ਦੇਖ ਲਓ। नहीं सब मैनू तो क्रोध ही नहीं आंदा। ਨਹੀਂ ਆਉਂਦਾ ਨਾ। ਕ੍ਰੋਧ ਕਰਨ ਤੋਂ ਬਾਅਦ ਪਹਿਲੀ ਚੀਜ਼ ਹੈ ਕ੍ਰੋਧ ਅਗਨੀ ਕਿਹਾ ਜਾਂਦਾ ਹੈ। ਤੇ ਕ੍ਰੋਧ ਅਗਨੀ, ਕ੍ਰੋਧ ਦੇ ਕਾਰਨ ਜਿਸ ਤਰ੍ਹਾਂ ਵਿਅਕਤੀ ਦਾ ਆਪਣਾ ਹੀ ਪਹਿਲੇ ਤਾਂ ਜੀ ਜਲਦਾ ਹੀ ਔਰ ਫਿਰ ਜਿਹਨਾਂ ਦੇ ਉੱਪਰ ਕ੍ਰੋਧ ਕਰਨਗੇ ਉਹਨਾਂ ਦਾ ਵੀ ਜੀ ਜਲਦਾ ਹੀ ਔਰ ਫਿਰ ਉਸ ਤੋਂ ਤੁਸੀਂ ਜਾਣਦੇ ਹੋ ਕ੍ਰੋਧ ਦੇ ਵਸ਼ ਖਾਸ ਕਰ ਅਸੀਂ ਪਿੰਡਾਂ ਦੀ ਗੱਲ ਕਰਦੇ ਹਾਂ, ਉੱਥੇ ਛੋਟੀ ਜਿਹੀ ਗੱਲ 'ਤੇ ਥੋੜ੍ਹਾ ਜਿਹਾ ਕਿਸੇ ਦਾ ਉਹ ਖੇਤ ਦਾ ਬਾਉਂਡਰੀ ਲਾਈਨ ਜਿਹੜੀ ਆ ਉਹ ਥੋੜ੍ਹੀ ਇੱਧਰੋਂ ਇੱਧਰ ਹੋ ਗਈ, ਉਹ ਟਕੂਆ ਲੈ ਕਰਕੇ ਆ ਜਾਣਗੇ, ਲਾਠੀ ਲੈ ਕੇ ਆ ਜਾਣਗੇ,
ਮਤਲਬ ਜਿਹੜੀ ਗੱਲ ਬੜੇ ਪਿਆਰ ਨਾਲ ਕਹਿ ਕਰਕੇ ਸੁਧਰ ਸਕਦੀ ਹੈ, ਉਹ ਉਸ ਵੇਲੇ ਦਿਮਾਗ ਇਹੋ ਜਿਹਾ ਹੋ ਜਾਂਦਾ ਹੈ ਕ੍ਰੋਧ ਦੇ ਕਾਰਨ। ਉਹ ਫਿਰ ਤੁਸੀਂ ਜਾਣਦੇ ਹੋ, ਲਾਠੀ ਲੈ ਕੇ ਲਿਆਉਣਗੇ ਤੇ ਕੁਝ ਲਗਾਉਣਗੇ, ਕੁਝ ਖਾਣਗੇ, ਉਹਨਾਂ ਨੂੰ ਵੀ ਤਾਂ ਲੱਗੇਗੀ ਤੇ ਖੂਨ ਖਰਾਬਾ ਹੋ ਜਾਂਦਾ ਖਾਮ ਖਾ। ਤੇ ਫਿਰ ਉਹ ਬਾਅਦ 'ਚ ਉਹਦਾ ਕੇਸ ਚੱਲੇਗਾ, ਉਹਦੇ 'ਚ ਕਿੰਨਾ ਟਾਈਮ ਚਲਾ ਜਾਂਦਾ ਹੈ, ਕਿੰਨੇ ਪੈਸੇ ਖਰਚ ਹੋ ਜਾਂਦੇ ਆ। ਫਿਰ ਪੁਲਿਸ ਵਾਲੇ ਵੀ ਆ ਕੇ ਪਕੜ ਕੇ ਲੈ ਜਾਣਗੇ, ਜੇਲ੍ਹ 'ਚ ਰੱਖ ਦੇਣਗੇ। ਫਿਰ ਪਛਤਾਤਾਪ ਹੋਏਗਾ, ਫਾਇਦਾ ਕੀ ਹੋਇਆ? ਕੁਛ ਨਹੀਂ। ਇਸ ਕਰਕੇ ਜੋ ਕੋਈ ਅਗਰ ਕਿਸੇ ਵੀ ਗੱਲ 'ਤੇ ਥੋੜ੍ਹਾ ਜਿਹਾ ਵਿਚਾਰਾਂ ਦਾ ਫਰਕ ਹੋਏ ਤੇ ਆਪਸ 'ਚ ਪ੍ਰੇਮ ਪਿਆਰ ਨਾਲ ਗੱਲ ਕਰਕੇ ਉਹਨੂੰ ਸੁਲਝਾ ਲੈਣਾ ਉਹ ਬਿਹਤਰ ਹੈ, ਇਹਦੀ ਬਜਾਏ ਕਿ ਗੁੱਸੇ 'ਚ ਆ ਕਰਕੇ ਇੱਕ ਦੋ ਦਾ ਸਿਰ ਫੋੜੋ, ਉਹ ਨਹੀਂ ਕਰਨਾ। ਤਾਂ ਕਿਆ ਕ੍ਰੋਧ ਵਾਲੇ ਬਾਪ ਨੂੰ ਯਾਦ ਕਰ ਸਕਦੇ? ਉਹ ਤਾਂ ਜ਼ਿਆਦਾ ਹੀ ਯਾਦ ਕਰਨਗੇ ਨਾ, ਕਹਿਣਗੇ ਬਾਬਾ ਸਾਨੂੰ ਮਾਫ ਕਰਨਾ, ਅਸੀਂ ਨਹੀਂ ਚਾਹੁੰਦੇ ਕ੍ਰੋਧ ਕਰਨਾ, ਫਿਰ ਵੀ ਇਹ ਸਾਨੂੰ ਆ ਗਿਆ। ਤੇ ਇਸ ਕਰਕੇ ਬਾਬਾ ਕਹਿੰਦਾ ਇਹ ਤੁਸੀਂ ਦਾਨ 'ਚ ਦੇ ਦਿਓ। ਕੋਈ ਚੀਜ਼ ਦਾ ਦਾਨ ਕਰਦੇ ਆ ਨਾ, ਵਾਪਸ ਨਹੀਂ, ਉਹ ਚਲੀ ਜਾਂਦੀ ਹੈ ਫਿਰ। ਜੀ ਭਾਈ ਸਾਹਿਬ, ਤੇ ਕੱਲ ਤੁਸੀਂ ਸਾਨੂੰ ਟਰਾਂਸ ਦੇ ਬਾਰੇ 'ਚ ਸਮਝਾਇਆ ਥਾ, ਤੇ ਦੁਨੀਆ 'ਚ ਜਿਹੜੇ ਲੋਕੀ ਟਰਾਂਸ 'ਚ ਜਾਂਦੇ ਤੇ ਨਾਲੇ ਭਗਤੀ 'ਚ ਜਾਂਦੇ ਔਰ ਜਿਹੜੇ ਇਸ ਗਿਆਨ ਮਾਰਗ 'ਚ ਜਿਹੜੇ ਟਰਾਂਸ 'ਚ ਜਾਂਦੇ, ਤਾਂ ਇਹਨਾਂ ਤਿੰਨਾਂ 'ਚ ਕੀ ਅੰਤਰ ਹੈ? ਭਗਤੀ 'ਚ ਜੋ ਟਰਾਂਸ 'ਚ ਜਾਂਦੇ ਆ ਜੀ, ਉਹ ਭਾਵਨਾਵਸ਼, ਜਿਸ ਤਰ੍ਹਾਂ ਦੇਵੀਆਂ ਦੇ ਟਾਈਮ ਪਰ ਜਦੋਂ ਦੇਵੀਆਂ ਦਾ ਪੂਜਨ ਦਾ ਸਮੇਂ ਹੁੰਦਾ ਹੈ ਨਵਰਾਤਰੀ ਦੇ ਦਿਨਾਂ 'ਚ, ਉਹਨਾਂ ਦਿਨਾਂ 'ਚ ਕਿਸੇ ਜਗ੍ਹਾ 'ਤੇ ਭੈਣਾਂ ਦੇ ਜ਼ਰੀਏ ਦੇਵੀ ਦਾ ਦਰਸ਼ਨ ਹੁੰਦਾ ਹੈ ਔਰ ਉਹ ਕੋਈ ਨਾ ਕੋਈ ਅੱਛੀਆਂ ਗੱਲਾਂ ਵਰਦਾਨ ਰੂਪ 'ਚ ਜੋ ਵੀ ਉਸ ਵੇਲੇ ਸਾਹਮਣੇ ਹੋਣਗੇ ਉਹਨਾਂ ਨੂੰ ਦੇਣਗੇ। ਭਗਤ ਹੋਣ, ਗਿਆਨੀ ਹੋਣ, ਕੋਈ ਵੀ ਹੋਣ, ਤੇ ਉਹ ਵਰਦਾਨ ਮਿਲਿਆ, ਖੁਸ਼ੀ ਤਾਂ ਹੁੰਦੀ ਹੈ, ਇਹ ਨਹੀਂ ਕਿ ਨਹੀਂ ਹੁੰਦੀ, ਖੁਸ਼ੀ ਹੁੰਦੀ ਹੈ, ਲੇਕਿਨ ਉਸ ਵਰਦਾਨ ਦੇ ਅਨੁਸਾਰ ਆਪਣੇ ਆਪ ਨੂੰ ਇਤਨਾ ਉਮੰਗ 'ਚ ਰੱਖਣ ਔਰ ਉਸ ਵਰਦਾਨ ਨੂੰ ਆਪਣੇ ਜੀਵਨ 'ਚ ਅੱਛੀ ਤਰ੍ਹਾਂ ਧਾਰਨ ਕਰ ਲੈਣ, ਤਾਂ ਉਹਨਾਂ ਦਾ ਜੀਵਨ ਸਫਲ ਹੋਏਗਾ। ਨਹੀਂ ਤੇ ਹਰ ਸਾਲ ਉਹ ਰਿਵਾਜ ਹੋ ਜਾਂਦਾ ਹੈ, ਹਰ ਸਾਲ ਬਸ ਉਹ ਪ੍ਰੋਗਰਾਮ ਹੋਏਗਾ, ਆ ਕਰਕੇ ਭੋਗ ਲੈ ਰੱਖਣਗੇ, ਭੋਗ ਲੈਣਗੇ ਵੀ ਔਰ ਫਿਰ ਉਸ ਦੇ ਨਾਲ ਨਾਲ ਵਰਦਾਨ ਵੀ ਮਿਲਦਾ ਰਹੇਗਾ। ਲੇਕਿਨ ਦੁਨੀਆ 'ਚ ਕੋਈ ਜਿਹੜੇ ਲੋਕੀ ਹੈ ਉਹ ਭਗਤੀ 'ਚ ਵੀ ਨਹੀਂ ਹੈ, ਗਿਆਨ 'ਚ ਵੀ ਨਹੀਂ ਹੈ, ਫਿਰ ਵੀ ਉਹ ਟਰਾਂਸ 'ਚ ਜਾਂਦੇ, ਤਾਂ ਉਹ ਕਿੱਦਾਂ? ਭਗਤੀ 'ਚ ਵੀ ਨਹੀਂ ਹੈ, ਗਿਆਨ 'ਚ ਵੀ ਨਹੀਂ ਹੈ, ਤੇ ਟਰਾਂਸ 'ਚ ਜਾਣ ਦਾ ਮਤਲਬ ਕੀ? ਫਿਰ ਤੇ ਕੋਈ ਮੈਂਟਲ ਪ੍ਰੋਬਲਮ ਹੋਏਗੀ ਨਾ, ਕਿਉਂਕਿ ਉਹ ਅਨੁਭਵ ਦੇ ਤਰੀਕੇ ਨਾਲ ਬੋਲ ਦਿੰਦੇ ਅੱਜ ਇੱਦਾਂ ਹੋਣਾ, ਅੱਜ ਇਹ ਹੋ ਸਕਦਾ। ਉਹ ਜੋਤਸ਼ੀ ਲੋਕ ਕਰਦੇ ਆ ਇਸ ਤਰ੍ਹਾਂ, ਉਹ ਜੋਤਿਸ਼ ਵਿਦਿਆ ਹੈਗੀ ਹੈ ਨਾ, ਜਿਨ੍ਹਾਂ ਨੇ ਸਟੱਡੀ ਕੀਤੀ ਹੈ ਜਾਂ ਜਿਨ੍ਹਾਂ ਨੂੰ ਇਹ ਵਰਦਾਨ ਹੁੰਦਾ ਹੈ, ਉਹ ਜੋਤਿਸ਼, ਤੇ ਉਹ ਹੋਣ ਵਾਲੀਆਂ ਗੱਲਾਂ ਦਾ ਉਹਨਾਂ ਨੂੰ ਆਭਾਸ ਪਹਿਲੇ ਤੋਂ ਆ ਜਾਂਦਾ ਹੈ। ਜਿਸ ਤਰ੍ਹਾਂ ਇੱਕ ਬੱਚਾ ਹੈਗਾ 14 ਸਾਲ ਦਾ ਉੱਥੇ ਆਸਟ੍ਰੇਲੀਆ 'ਚ, ਜੀ, ਉਹ ਭਵਿਸ਼ਵਾਣੀ ਕਰਦਾ ਰਹਿੰਦਾ ਹੀ। ਇਹ ਠੀਕ ਹੈ, ਭਵਿਸ਼ਵਾਣੀ ਕਰ ਸਕਦੇ ਆ, ਪਰ ਉਹਨੂੰ ਟਾਲ ਨਹੀਂ ਸਕਦੇ। ਹੁਣ ਕਿਸੇ ਨੇ ਭਵਿਸ਼ਵਾਣੀ ਕੀਤੀ ਕਿ ਜੀ ਅਰਥਕੁਏਕ ਹੋਏਗਾ ਫਲਾਣੇ ਟਾਈਮ ਤੋਂ ਫਲਾਣੇ ਟਾਈਮ ਦੇ ਦਰਮਿਆਨ 'ਚ, ਜੀ, ਉਹ ਉਹਨਾਂ ਨੇ ਦੱਸ ਤੇ ਦਿੱਤਾ। ਹੁਣ ਅਰਥਕੁਏਕ ਕੋਈ ਇੱਕ ਆਦਮੀ ਦੇ ਵਾਸਤੇ ਨਹੀਂ ਆਉਂਦਾ ਹੀ, ਭੂਕੰਪ ਜਿਹੜਾ ਹੈ, ਭੂਚਾਲ ਜਿਹਨੂੰ ਕਹਿੰਦੇ ਆ ਪੰਜਾਬੀ 'ਚ, ਜੀ, ਉਹ ਜਦੋਂ ਆਉਂਦਾ ਹੀ ਤੇ ਉਹ ਤੇ ਪਿੰਡਾਂ ਦੇ ਪਿੰਡ, ਘਰਾਂ ਦੇ ਘਰ, ਸ਼ਹਿਰਾਂ ਦੇ ਸ਼ਹਿਰ
ਬਰਬਾਦ ਹੋ ਜਾਂਦੇ ਆ, ਗਿਰ ਜਾਂਦੇ ਆ। ਕਈ ਲੋਕ ਉਹਦੇ 'ਚ ਮਲਬੇ 'ਚ ਆ ਕੇ ਮਰ ਜਾਂਦੇ ਆ, ਜ਼ਖਮੀ ਹੋ ਜਾਂਦੇ ਆ। ਉਹਦੀ ਭਵਿੱਖਬਾਣੀ ਦਾ ਫਾਇਦਾ ਕੀ ਹੋਇਆ? ਕੀ ਹੋਇਆ? ਉਹਦੇ ਵਾਸਤੇ ਬਾਬਾ ਨੇ ਪਹਿਲੇ ਤੋਂ ਹੀ ਭਵਿੱਖਬਾਣੀ ਕੀਤੀ ਹੈ ਕਿ ਪਰਿਵਰਤਨ ਹੋਣਾ ਹੀ। ਇਹ ਸੰਸਾਰ ਜਿਹੜਾ ਹੀ ਅਸਾਰ ਸੰਸਾਰ ਬਣ ਗਿਆ ਹੋਇਆ, ਇਹਦੇ 'ਚ ਕੋਈ ਸਾਰ ਰਿਹਾ ਨਹੀਂ ਹੈ। ਇਸ ਕਰਕੇ ਇਹਨੂੰ ਹੁਣ ਪਰਿਵਰਤਨ ਹੋਣਾ ਹੀ। ਉਹਦੇ ਵਾਸਤੇ ਤੁਸੀਂ ਸੋਚੋ ਕਿ ਤੁਸੀਂ ਕੀ ਕਰਨਾ ਉਹਦੇ ਵਿੱਚ, ਤੇ ਆਪਣੇ ਜੀਵਨ ਨੂੰ ਪਰਿਵਰਤਨ ਕਰਕੇ ਇਸ ਯੋਗ ਬਣੀਏ ਕਿ ਪਰਿਵਰਤਨ ਹੋਣ ਤੋਂ ਬਾਅਦ ਜਿਹੜੀ ਇਸ ਦੁਨੀਆ 'ਚ ਦੇਵੀ ਦੇਵਤਿਆਂ ਦੀ ਇੱਕ ਨਈ ਸ਼ੁਰੂਆਤ ਹੁੰਦੀ ਹੈ, ਉਹ ਕਿਸ ਤਰ੍ਹਾਂ ਹੁੰਦੀ ਹੈ, ਉਹਨੂੰ ਸਮਝ ਕਰਕੇ ਉਹਦੇ ਵਾਸਤੇ ਆਪਣੀ ਤਿਆਰੀ ਕਰਨੀ ਪਏਗੀ। ਜੀ ਭਾਈ ਸਾਹਿਬ, ਤੇ ਅਗਲਾ ਪ੍ਰਸ਼ਨ ਹੈ, ਜਿਹੜੇ ਸੁਪਨ 'ਚ ਸੁਪਨ ਆਉਂਦੇ, ਉਹਦਾ ਆਧਾਰ ਕੀ ਹੈ? ਕਿਆ ਉਹ ਸਾਡੇ ਯੋਗ 'ਚ ਪ੍ਰਭਾਵ ਪਾਉਂਦੇ? ਦੇਖੋ, ਸੁਪਨ ਦੀ ਜਿਹੜੀ ਸਥਿਤੀ ਹੁੰਦੀ ਹੈ ਨਾ, ਜਦੋਂ ਵਿਅਕਤੀ ਨਾਰਮਲ ਵਿਅਕਤੀ ਜੀ ਜਦੋਂ ਆਰਾਮ ਕਰਦੇ ਰਾਤੀ, ਜੀ, ਤੇ ਰਾਤ ਦੀ ਜਿਹੜੀ ਨੀਂਦ ਹੈ ਅਗਰ 6 ਘੰਟੇ ਵੀ ਹੋਏਗੀ ਜੀ, ਤੇ ਉਹਦੇ 4 ਹਿੱਸੇ ਕਰ ਲਓ ਤੁਸੀਂ। ਪਹਿਲਾ 1.5 ਘੰਟਾ ਪੌਣੇ 2 ਘੰਟਾ ਜੋ ਹੋਏਗੀ, ਉਹ ਹੈ ਸ਼ੁਰੂਆਤ ਨੀਂਦ ਦੀ। ਜੀ, ਉਸ ਵੇਲੇ ਸਾਰੇ ਦਿਨ ਦੇ ਜਿਹੜੇ ਜੋ ਵੀ ਕਾਰੋਬਾਰ ਕੀਤੇ ਹੁੰਦੇ, ਜੋ ਸੋਚਿਆ ਹੁੰਦਾ, ਉਹਨਾਂ ਦੇ ਇੰਪ੍ਰੈਸ਼ਨ ਜਿਹੜੇ ਹੁੰਦੇ ਆ, ਉਹ ਰਿਫਲੈਕਟ ਹੁੰਦੇ ਆ ਸੁਪਨ 'ਚ। ਅੱਛਾ। ਔਰ ਫਿਰ ਆਹਿਸਤਾ ਆਹਿਸਤਾ ਉਹ ਖਤਮ ਹੋ ਜਾਂਦੇ ਆ, ਔਰ ਵਿਅਕਤੀ ਫਿਰ ਆਪਣੀ ਗਹਿਰੀ ਨੀਂਦ 'ਚ ਚਲਾ ਜਾਂਦਾ ਹੈ। ਅੱਛਾ। ਫਿਰ ਉਹਨੂੰ ਕੋਈ ਸੁਪਨ ਨਹੀਂ ਹੋਏਗਾ, ਕੁਛ ਨਹੀਂ ਹੋਏਗਾ, ਬਿਲਕੁਲ ਗਹਿਰੀ ਨੀਂਦ। ਉਹ 6 ਹਿੱਸੇ 'ਚ ਦੂਜਾ ਹਿੱਸਾ। ਦੂਜਾ ਹਿੱਸਾ। ਦੂਜਾ ਹਿੱਸਾ। ਔਰ ਫਿਰ ਤੀਸਰਾ ਹਿੱਸਾ। ਜੀ। ਫਿਰ ਤੀਸਰੇ ਹਿੱਸੇ 'ਚ ਥੋੜਾ ਅੰਦਰੋਂ ਸੰਕਲਪ ਚੱਲਦਾ ਹੀ ਕਿ ਹੁਣ ਅੰਮ੍ਰਿਤ ਵੇਲਾ ਹੋ ਰਿਹਾ, ਉੱਠਣਾ ਚਾਹੀਦਾ। ਥੋੜਾ ਥੋੜਾ ਖਿਆਲ ਆਉਂਦਾ ਹੀ। ਜੀ। ਲੇਕਿਨ ਜਿਹਨੂੰ ਤੇ ਉਹਦਾ ਗਿਆਨ ਹੈ ਔਰ ਉਹਦੀ ਉੱਠਣ ਦੀ ਕੀਮਤ ਹੈ, ਉਹ ਤੇ ਉੱਠਣ ਦਾ ਖਿਆਲ ਕਰੇਗਾ। ਔਰ ਨਹੀਂ ਤੇ ਸੁਸਤ ਆਦਮੀ ਇੱਕ ਪਾਸਿਓਂ ਦੂਜੇ ਪਾਸੇ ਸਿਰ ਕਰਕੇ ਸੌਂ ਜਾਏਗਾ। ਤੇ ਉਹਦੇ 'ਚ ਫਿਰ ਸੁਪਨ ਆਉਂਦੇ ਰਹਿਣਗੇ ਥੋੜੇ ਥੋੜੇ ਅੱਛੇ ਸੁਪਨ, ਅੰਮ੍ਰਿਤ ਵੇਲੇ ਦਾ ਟਾਈਮ। ਉਸ ਤੋਂ ਬਾਅਦ ਤੇ ਫਿਰ ਇਹੋ ਜਿਹਾ ਟਾਈਮ ਆ ਜਾਂਦਾ ਹੀ ਕਿ ਜਦੋਂ ਉਹ ਕਹਿੰਦੇ ਦੇਵਤਾ ਜਿਹੜੇ ਆ ਉਹ ਚੱਕਰ ਲਗਾਉਂਦੇ ਆ, ਫਰਿਸ਼ਤੇ ਜਿਹੜੇ ਆ ਉਹ ਚੱਕਰ ਲਗਾਉਂਦੇ ਆ, ਜਾਂ ਸ਼ਿਵ ਬਾਬਾ ਔਰ ਬ੍ਰਹਮਾ ਬਾਬਾ ਚੱਕਰ ਲਗਾਉਂਦੇ ਆ ਵਰਦਾਨ ਦੇਣ ਵਾਸਤੇ। ਉਸ ਵੇਲੇ ਅਗਰ ਨਹੀਂ ਉੱਠੇਗਾ ਕੋਈ, तो फिर वही गल होएगी ना कि भगवान आप आए और मैं आपसे मिल नहीं पाया, ਇਹੋ ਜਿਹੀਆਂ ਗੱਲਾਂ ਹੋਣਗੀਆਂ। ਉਹ ਚੌਥਾ ਹਿੱਸਾ ਹੈ। ਚੌਥਾ ਹਿੱਸਾ ਜੀ। ਉਹ ਹੈ ਸਤੋ ਪ੍ਰਧਾਨ ਸਮੇਂ। ਅੱਛਾ। ਉਸ ਵੇਲੇ ਬੜਾ ਸਹਿਜ ਰੀਤੀ ਨਾਲ ਯਾਦ 'ਚ ਬੈਠ ਸਕਦੇ ਆ, ਯੋਗ ਲੱਗ ਜਾਂਦਾ ਹੀ, ਔਰ ਪਰਮਾਤਮਾ ਦੇ ਨਾਲ ਰੂਹ ਰੋਹਾਨ ਕਰ ਸਕਦੇ ਆ, ਪਰਮਾਤਮਾ ਤੋਂ ਵਰਦਾਨ ਲੈ ਸਕਦੇ ਆ। ਉਹ ਚੌਥਾ ਹਿੱਸਾ ਹੈ। ਮਤਲਬ ਉਹ ਸਾਡੇ ਯੋਗ 'ਚ ਕੋਈ ਪ੍ਰਭਾਵ ਨਹੀਂ ਪਾ ਸਕਦੇ। ਯੋਗ ਸ਼ਕਤੀਸ਼ਾਲੀ ਹੋਣਾ ਚਾਹੀਦਾ ਉਸ ਯੋਗ ਤੇ ਪ੍ਰਭਾਵ ਤਾਂ ਹੀ ਪੈਂਦਾ ਹੀ ਜੇ ਯੋਗ ਦੇ ਸਮੇਂ ਯੋਗ ਕਰਨ ਦੀ ਬਜਾਏ ਇਹ ਸੋਚਣ ਲੱਗ ਜਾਣਗੇ ਉਹ ਕਿ ਅੱਜ ਕੀ ਆਇਆ ਸੀ ਸੁਪਨ 'ਚ, ਕੀ ਦੇਖਿਆ ਸੀ। ਉਹ ਤੁਸੀਂ ਆਪਣੇ ਸੁਪਨਾ ਦੀ ਦੁਨੀਆ 'ਚ ਫਿਰ ਵਾਪਸ ਜਾਣਾ ਚਾਹੁੰਦੇ ਹੋ। ਇਸ ਕਰਕੇ ਜੋ ਬੀਤ ਗਿਆ
ਸੋ ਡਰਾਮਾ। ਲੇਕਿਨ ਕਦ ਕਦ ਸੁਪਨੇ ਇਦਾਂ ਹੁੰਦੇ ਨੈਗੇਟਿਵ ਹੁੰਦੇ, ਉਹ ਰਿਐਲਿਟੀ ਹੋ ਜਾਂਦੀ, ਉਹਨੂੰ ਕਿੱਦਾਂ ਕਿਆ ਬੋਲ ਸਕਦੇ ਫਿਰ? ਬੋਲਦੇ ਉਹ ਇਹ ਸੁਪਨਾ ਆਇਆ था, ਇਹ ਤਾਂ ਸੱਚ ਹੋ ਗਿਆ। ਤਾਂ ਸੱਚ ਕਿਆ ਹੋਇਆ ਉਹਦੇ 'ਚ? ਨੁਕਸਾਨ ਹੋ ਗਿਆ। ਹਾਂ ਮਤਲਬ ਉਹੀ ਸਰ। ਫਾਇਦਾ ਕੀ ਹੋਇਆ? ਜਾਂ ਤੇ ਹੈ ਕਿ ਤੁਹਾਨੂੰ ਸੁਪਨ ਆਇਆ ਤੇ ਤੁਸੀਂ ਉਹਦੇ ਵਾਸਤੇ ਕੋਈ, ਜਿਵੇਂ ਦੁਨੀਆ 'ਚ ਲੌਕਿਕ ਦੁਨੀਆ 'ਚ ਕੀ ਕਰਦੇ ਆ, ਉਹਦੇ ਵਾਸਤੇ ਕੋਈ ਦਾਨ ਪੁੰਨ ਕਰ ਦਿੰਦੇ ਆ, ਜੀ ਕੋਈ ਗੁਰਦੁਆਰੇ ਜਾ ਕਰਕੇ ਮੱਥਾ ਟੇਕ ਕੇ ਅਰਦਾਸ ਕਰਕੇ ਆਉਂਦੇ ਆ, ਕੋਈ ਮੰਦਿਰ 'ਚ ਜਾ ਕਰਕੇ ਕੁਛ ਭੇਟਾਂ ਚੜਾ ਕਰਕੇ ਔਰ ਉੱਥੇ ਆਪਣੀ ਪ੍ਰਾਰਥਨਾ ਕਰਕੇ ਆਉਂਦੇ ਆ, ਤੇ ਉਹਦੇ ਨਾਲ ਉਹਦੇ ਕਰਕੇ ਉਹਦੇ ਜਿਹੜਾ ਇਫੈਕਟ ਮਾਈਂਡ 'ਤੇ ਪੈਂਦਾ ਹੀ ਉਹ ਪੋਜ਼ਿਟਿਵ ਹੋ ਜਾਂਦਾ ਹੀ। ਜੋ ਨੈਗੇਟਿਵ ਹੋਣ ਵਾਲਾ ਉਹ ਚੇਂਜ ਹੋ ਕਰਕੇ ਪੋਜ਼ਿਟਿਵ ਹੋ ਜਾਂਦਾ, ਤੇ ਉਹਦਾ ਇਫੈਕਟ ਨਹੀਂ ਆਉਂਦਾ ਫਿਰ। ਅੱਛਾ। ਔਰ ਅਗਰ ਉਹ ਹੀ ਸੁਪਨ ਦੇ ਬਾਰੇ 'ਚ ਹੀ ਵਿਅਕਤੀ ਸੋਚਦਾ ਰਹੇ ਮੇਰੇ ਨਾਲ ਇਸ ਤਰ੍ਹਾਂ ਹੋ ਜਾਏਗਾ, ਹੁਣ ਮੈਂ ਕੀ ਕਰਾਂਗਾ, ਤੇ ਉਹ ਤੇ ਹੋਰ ਹੀ ਚਿੰਤਾ ਦੇ ਨਾਲ ਮਰਿਆ ਹੋਇਆ ਤੇ ਹੈ ਹੀ ਪਹਿਲੇ, ਹੋਰ ਮਰੇ ਹੋਏ ਨੂੰ ਵੀ ਮਾਰ ਦੇਣਗੇ। ਜੀ। ਤੇ ਭਾਜੀ ਜਿਹੜੇ ਵਿਅਰਥ ਚਿੰਤਨ ਸਾਡੇ ਆਤਮਿਕ ਸ਼ਕਤੀ ਦਾ ਇੱਕ ਬੜਾ ਹਾਸੇ ਦਾ ਬੜਾ ਕਾਰਨ ਹੋ ਜਾਂਦੇ, ਹਾਦਸੇ ਦਾ ਇੱਕ ਬੜਾ ਕਾਰਨ ਹੋ ਜਾਂਦੇ, ਤੇ ਜਿਹੜਾ ਪਰੰਤੂ ਵਿਅਰਥ ਚਿੰਤਨ ਕਾਰਨ ਇਹ ਜਿਹੜੇ ਸਾਡੇ ਦਿਮਾਗ 'ਚ ਵਿਅਰਥ ਚਿੰਤਨ ਆਉਂਦੇ, ਇਹਦਾ ਕਾਰਨ ਕੀ ਹੈ? ਤੇ ਇਹਨੂੰ ਅਸੀਂ ਵਿਅਰਥ ਚਿੰਤਨ ਨੂੰ ਹਟਾਈਏ ਕਿੱਦਾਂ? ਦੇਖੋ, ਨਾ ਹੀ ਤੁਸੀਂ ਕਹਿ ਰਹੇ ਹੋ ਵਿਅਰਥ ਚਿੰਤਨ, ਤੁਹਾਨੂੰ ਪਤਾ ਹੀ ਕਿ ਇਹ ਵਿਅਰਥ ਹੈ, ਉਹਦਾ ਕੋਈ ਫਾਇਦਾ ਤਾਂ ਨਹੀਂ ਹੈ ਨਾ। ਨਹੀਂ। ਤੇ ਜੋ ਹੈ ਹੀ ਵਿਅਰਥ, ਉਹਨੂੰ ਤੇ ਮੇਰਾ ਖਿਆਲ ਹੈ ਜਲਦੀ ਤੋਂ ਜਲਦੀ ਮਨ ਤੋਂ ਹਟਾਉਣਾ ਚਾਹੀਦਾ, ਜਿੰਨਾ ਜਲਦੀ ਹੋ ਸਕੇ। ਅੱਛਾ। ਤੇ ਉਹਦੇ ਦੋ ਤਰੀਕੇ ਹੈ। ਉਹ ਕੀ? ਇੱਕ ਤੇ ਹੈ ਮਨ ਹੀ ਮਨ 'ਚ ਬਾਬੇ ਨਾਲ ਗੱਲ ਕਰੋ ਕਿ ਬਾਬਾ ਇਹ ਮੇਰੇ ਮਨ 'ਚ ਸੰਕਲਪ ਚੱਲ ਰਿਹਾ ਹੀ, ਮੈਂ ਜਾਣਦੀ ਹਾਂ ਕਿ ਇਹ ਠੀਕ ਨਹੀਂ ਹੈ, ਇਹ ਤੁਸੀਂ ਇਹ ਲੈ ਲਓ, ਇੰਨਾ ਹੀ ਕਰਨਾ, ਉਹ ਚਲਾ ਜਾਏਗਾ। ਔਰ ਦੂਸਰਾ ਉਹ ਵੀ ਨਾ ਕਰ ਸਕੋ, ਤੁਹਾਨੂੰ ਨਾ ਯਾਦ ਆਏ, ਤੇ ਫਿਰ ਜੋ ਸੰਕਲਪ ਚੱਲ ਰਿਹਾ ਹੀ ਉਹਦੇ ਵਿਪਰੀਤ ਅੱਛੇ ਅੱਛੇ ਗੀਤ ਹੁੰਦੇ ਆ, ਤਾਂ ਕੋਈ ਗੀਤ ਗਾ ਲਓ, ਤੇ ਉਹ ਗੀਤ ਗਾਉਣ ਦੇ ਨਾਲ ਤੁਹਾਡਾ ਜਿਹੜਾ ਆਪਣਾ ਸੋਚ ਹੈ ਉਹਦੇ 'ਚ ਪਰਿਵਰਤਨ ਆ ਜਾਏਗਾ, ਤੇ ਡਰ ਚਲਾ ਜਾਏਗਾ ਔਰ ਹਾਦਸਾ ਵੀ ਨਹੀਂ ਹੋਏਗਾ। ਜੀ ਭਾਈ ਸਾਹਿਬ। ਤੇ ਵਰਤਮਾਨ ਸਮੇਂ 'ਚ ਇਸ ਟਾਈਮ ਜਿਹੜੀ ਦੁਨੀਆ ਚੱਲੀ ਵੀ, ਇੱਥੇ ਅਨੇਕ ਪ੍ਰਕਾਰ ਦੇ ਵਿਘਨ ਆਉਂਦੇ, ਉਹ ਸਾਡੀ ਆਤਮਾ ਨੂੰ ਪਰੇਸ਼ਾਨ ਕਰ ਦਿੰਦੇ, ਤੇ ਜਿਹੜੇ ਇਸ ਸਮੇਂ ਸਾਡੀ ਆਤਮਾ ਨੂੰ ਪੁਰਸ਼ਾਰਥ ਨਹੀਂ ਕਰਨਾ ਦਿੰਦੇ, ਉਹ ਵਿਘਨਾਂ 'ਚ ਪਾਰ ਹੋਣੇ ਦਾ ਸਹਿਜ ਸਾਧਨ ਕਿਆ ਹੈ? ਬਾਬੇ ਨੂੰ ਇੱਕ ਚਿੱਠੀ ਲਿਖੋ, ਸ਼ਿਵ ਬਾਬਾ ਨੂੰ। ਅੱਛਾ। ਜਾਂ ਬਾਪ ਦਾਦਾ ਦੇ ਨਾਂ 'ਤੇ ਪੱਤਰ ਲਿਖੋ, ਔਰ ਉਹਦੇ 'ਚ ਸਾਫ਼ ਸਪਸ਼ਟ ਲਿਖੋ ਤੁਹਾਡੇ ਮਨ 'ਚ ਕੀ ਇਹੋ ਜਿਹੇ ਨੈਗੇਟਿਵ ਖਿਆਲਾਤ ਚੱਲਦੇ ਨੇ ਜਿਹੜੇ ਤੁਹਾਨੂੰ ਤੰਗ ਕਰ ਰਹੇ। ਸੱਚੀ ਦਿਲ ਨਾਲ ਲਿਖ ਕਰਕੇ ਉਹ ਕਾਗਜ਼ ਜਿਹੜਾ ਹੀ, ਜੇ ਸੈਂਟਰ 'ਤੇ ਜਾਂਦੇ ਹੋ ਤੇ ਬਾਬਾ ਦੇ ਭੰਡਾਰੀ 'ਚ ਡਾਲ ਦਿਓ। ਇੱਕ ਹੁੰਦੀ ਹੈ ਜਿਹਦੇ 'ਚ, ਇੱਥੇ ਜਿਸ ਤਰ੍ਹਾਂ ਸ਼ਾਂਤੀ ਵਣ 'ਚ ਬਾਬਾ ਦੇ ਰੂਮ 'ਚ ਜਾਣਗੇ ਉਹ, ਤੇ ਉਹਦੇ 'ਚ ਇੱਕ ਭੰਡਾਰੀ ਤੇ ਹੁੰਦੀ ਆ ਅਗਰ ਕਿਸੇ ਨੇ ਕੋਈ ਸਹਿਯੋਗ ਦੇਣਾ ਹੀ, ਦੂਸਰੀ ਭੰਡਾਰੀ ਹੈਗੀ ਆ ਜੋ ਤੁਸੀਂ, ਤੁਹਾਡੇ ਮਨ 'ਚ ਕੋਈ ਇਹੋ ਜਿਹੇ ਖਿਆਲਾਤ ਆਉਂਦੇ ਆ, ਇੱਕ ਹੈਗੇ ਆ ਖਿਆਲਾਤ ਚਲੇ ਜਾਣ, ਉਹਦੀ ਚਿੱਠੀ। ਅੱਛਾ। ਦੂਸਰੀ ਹੈ ਕਿ ਤੁਹਾਡੇ ਮਨ 'ਚ ਬਹੁਤ ਅੱਛੀਆਂ ਗੱਲਾਂ ਵੀ ਆਉਂਦੀਆਂ ਹੀ, ਤੁਸੀਂ ਚਾਹੁੰਦੇ ਹੋ ਕਿ ਬਾਬਾ ਸਾਨੂੰ ਇਹਦੇ 'ਚ ਸਫਲ ਕਰੇ, ਕਾਮਯਾਬ ਕਰੇ, ਉਹ ਵੀ ਚਿੱਠੀ 'ਚ ਲਿਖ ਕਰਕੇ ਉਹ ਬਾਬਾ ਦੇ ਜਿਹੜੇ ਰੂਮ 'ਚ ਇੱਕ ਭੰਡਾਰੀ ਹੁੰਦੀ ਹੈ ਖਾਸ, ਉਹਦੇ 'ਚ ਡਾਲ ਦਿਓ, ਔਰ ਫਿਰ ਥੋੜਾ ਟਾਈਮ ਬੈਠ ਕਰਕੇ ਬਾਬਾ ਦੀ ਯਾਦ 'ਚ ਮੈਡੀਟੇਸ਼ਨ ਕਰਕੇ ਫਿਰ ਆ ਜਾਓ, ਦੇਖੋ ਕਿਸ ਤਰ੍ਹਾਂ ਉਹ ਆਪਣਾ ਕੰਮ ਕਰਦੀ। ਬਾਬਾ ਤੇ ਕਹਿੰਦਾ ਹੀ ਕਿ ਤੁਸੀਂ
ਸੱਚੀ ਦਿਲ ਨਾਲ ਅਗਰ ਸੰਕਲਪ ਕਰਦੇ ਹੋ ਤੇ ਉਹ ਵੀ ਮੈਨੂੰ ਪਹੁੰਚ ਜਾਂਦਾ ਹੈ। ਤੇ ਇਹ ਤੇ ਚਿੱਠੀ ਲਿਖ ਕਰਕੇ ਤੁਸੀਂ ਪਾਉਂਦੇ ਹੋ ਤਾਂ ਬਾਬਾ ਨੂੰ ਪਹੁੰਚ ਜਾਂਦਾ ਹੈ। लेकिन वो चिट्ठी कोई पढ़ने वाला कौन है फिर? ਉਹ ਬਾਬਾ कोई होर तो नहीं ਕੋਈ जिद्दां ਹੋਰ ਹੋਏ, ਸਾਨੂੰ ਕੀ ਉਹਦੇ ਨਾਲ, ਭਾਵੇਂ ਜੋ ਪੜਦਾ ਰਹੇ ਕੋਈ ਇਹਦੇ 'ਚ ਕੋਈ ਫਰਕ ਨਹੀਂ। ਡਰਨ ਦਾ ਕੁਛ ਨਹੀਂ ਹੈ ਉਹਦੇ 'ਚ, ਕੋਈ ਉਹਦਾ ਮਿਸਯੂਜ਼ ਨਹੀਂ ਹੁੰਦਾ, ਕੋਈ ਉਹਦਾ ਨਜਾਇਜ਼ ਫਾਇਦਾ ਨਹੀਂ ਉਠਾ ਸਕਦਾ, ਕੁਛ ਨਹੀਂ। ਕਿਉਂਕਿ ਜੋ ਨਿਮਿਤ ਹੈਗੇ ਆ ਸਾਫ ਸਫਾਈ ਕਰਨ ਵਾਸਤੇ, ਉਹ ਜੋ ਵੀ ਇਹੋ ਜਿਹੀ ਕੋਈ ਵੀ ਚਿੱਠੀਆਂ ਹੋਣਗੀਆਂ ਉਹ ਨਿਕਾਲ ਕਰਕੇ ਦਾਦੀ ਦੇ ਜਾਂ ਤੇ ਹਵਾਲੇ ਕਰਨਗੇ, ਬੜੀ ਜੀ। ਦਾਦੀ ਦੇ, जी ਔਰ ਜਾਂ ਤੇ ਉਹਨੂੰ ਅਗਨੀ 'ਚ ਡਾਲ ਦੇਣਗੇ। ਬਸ ਉਹ ਕਿਸੇ ਨਾਲ ਇਹ ਨਹੀਂ ਕਿ ਉਹ ਚਿੱਠੀਆਂ ਪੜ੍ਹਨ ਫਿਰ ਉਹਦੀ ਚਰਚਾ ਕਿਸੇ ਨਾਲ ਕਰਨ, ਇਹ ਨਹੀਂ ਹੁੰਦਾ। अच्छा ਹਾਂ ਉਹ ਮਤਲਬ ਬਿਲਕੁਲ ਸੀਕ੍ਰੇਟ ਰਹਿੰਦੀ ਹੈ। जी ਕਿਉਂਕਿ ਹਰ ਵਿਅਕਤੀ ਚਾਹੁੰਦਾ ਜੀ ਮੇਰੀ ਗੱਲ ਸਿਵਾਏ ਬਾਬੇ ਤੋਂ ਹੋਰ ਕੋਈ ਨਾ ਜਾਣੇ। कोई ना जाने। जी 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 भाई साहब, ਤੁਸੀਂ ਜਿੱਦਾਂ ਅੱਜ ਵਿਅਕਤੀ ਚਿੰਤਨ ਤੇ 3 ਚੀਜ਼ਾਂ ਇਹ ਦੱਸੀ, ਕਾਮ ਤੇ ਕ੍ਰੋਧ, ਇਹਨਾਂ ਚੀਜ਼ਾਂ ਤੋਂ ਮੁਕਤ ਕਰਨ ਨਿਵਾਰਨ ਵੀ ਦੱਸਿਆ। ਤੇ ਕਿਆ ਇਹਨਾਂ ਚੀਜ਼ਾਂ ਨੂੰ ਮੁਕਤ ਕਰਨ ਦੇ ਵਾਸਤੇ ਅਸੀਂ ਯੋਗ ਕਿੱਦਾਂ ਲਗਾਈਏ? ਕਿਆ ਤੁਸੀਂ ਸਾਡੇ ਦਰਸ਼ਕਾਂ ਨੂੰ 2 ਮਿੰਟ ਜਾਂ 3 ਮਿੰਟ ਯੋਗ ਕਰਨੇ ਦਾ ਵਿਧੀ ਦੱਸੋਗੇ? ਇੱਕ ਚੀਜ਼ ਜਿਹੜੀ ਤੁਸੀਂ ਦੇਖਣਗੇ ਹੋ ਕਿ ਜਦੋਂ ਅਸੀਂ ਯੋਗ ਕਰਦੇ ਹਾਂ, ਮੈਡੀਟੇਸ਼ਨ ਕਰਦੇ ਹਾਂ, ਤੇ ਬਾਬਾ ਨੇ ਸਾਨੂੰ ਸਿਖਾਇਆ ਹੈ ਕਿ ਤੁਸੀਂ ਸ਼ੁਭ ਸੋਚੋ। जी ਸ਼ੁਭ ਸੋਚੋ ਔਰ ਸ਼ੁੱਧ ਸੋਚੋ। ਤੇ ਉਹਦੇ ਵਿੱਚ ਜਿਹੜੇ ਸਾਡੇ ਸੰਕਲਪ ਹੈਗੇ ਆ ਉਹ ਬੜੇ ਹੀ ਸ਼ੁੱਧ ਚਾਹੀਦੇ ਆ। ਤੇ ਇਸ ਕਰਕੇ ਮਨ 'ਚ ਆਹਿਸਤਾ ਆਹਿਸਤਾ ਵਿਚਾਰ ਕਰਨਾ ਹੁੰਦਾ ਹੈ। ਇੱਕ ਤੇ ਸਿੱਧੇ ਬੈਠਣ ਦੀ ਗੱਲ ਹੈ, बिल्कुल ਕਿਉਂਕਿ ਅਗਰ ਇਸ ਤਰ੍ਹਾਂ ਟੇੜੇ ਮੇੜੇ ਹੁੰਦੇ ਆ ਤੇ ਨੀਂਦ ਆ ਜਾਂਦੀ। जी ਤੇ ਸਿੱਧੇ ਬੈਠਣ ਦੇ ਨਾਲ ਸਫੁਰਤੀ ਰਹਿੰਦੀ ਹੈ। ਔਰ ਦੂਸਰਾ ਹੈ ਆਪਣੇ ਮਨ 'ਚ ਪੱਕਾ ਕਰਨਾ ਕਿ ਹੁਣ ਮੈਂ ਖਾਸ ਮੈਡੀਟੇਸ਼ਨ ਵਾਸਤੇ ਬੈਠੀ ਹਾਂ ਜਾਂ ਬੈਠਿਆ। ਮੈਂ ਹੁਣ ਹੋਰ ਸਭ ਗੱਲਾਂ ਤੋਂ ਆਪਣੇ ਮਨ ਨੂੰ ਹਟਾ ਕੇ ਇੱਕ ਸ਼ਿਵ ਬਾਬਾ ਦੇ ਨਾਲ ਮਨ ਲਗਾਵਾਂਗੇ। ਔਰ ਸ਼ਿਵ ਬਾਬਾ ਨਾਲ ਮਨ ਲੱਗੇ, ਉਹਦਾ ਇੱਕ ਸਹਿਜ ਜਿਹਾ ਤਰੀਕਾ ਹੀ ਕਿ ਸ਼ਿਵ ਬਾਬਾ ਨੂੰ ਸੰਕਲਪ ਦੇ ਨਾਲ, ਆਪਣਾ ਸੰਕਲਪ ਜਿਹੜਾ ਹੀ ਉਹਦੇ ਜ਼ਰੀਏ ਉਹਨਾਂ ਦੇ ਨਾਲ ਕਮਿਊਨੀਕੇਸ਼ਨ ਸ਼ੁਰੂ ਕਰੋ। ਬਾਬਾ, मीठे बाबा, मेरे अति प्यारे बाबा, प्राणों से प्यारे बाबा। तो जिस तरह ये सोचांगे आहिस्ता आहिस्ता वो दिल च बाबा दे प्रति बड़ी उच्च भावना दा, प्यार दा एक लहर तुहाडे दिल च आ जाएगी और तुहाडा मन होएगा बस बाबा दिल कहे तुझे देखता रहो, बस अंदर से यही आएगा। तो ये एक बड़ी सहज सहज सी बात है। अगर वैसे मन नहीं लगता तो बाबा दा चित्र हुंदा ही, फोटोग्राफ हुंदा ही, जिहदे च शिव बाबा ब्रह्मा बाबा दोनों का फोटो हुंदा। तो बाबा दी तरफ देख करके थोड़ा बाबा दे नाल रूह रूहान दिली दिल च करी दी है। और उस वेले तुसी देखणगे हो कि बाबा किस तरह तुहानू प्यार करदा, किस तरह तुहानू अंदर ही अंदर सुखद फीलिंग दिंदा ही। और तुहाडी जो भी कोई होर गल्लां हैगियां ही उन्हां नू जिस तरह वो तुहाडे संकल्प तो ही उड़ा दिंदा ही।
ਤੁਸੀਂ ਆਪਣੇ ਆਪ ਨੂੰ ਬਿਲਕੁਲ ਲਾਈਟ ਫੀਲ ਕਰਦੇ ਹੋ, ਕਿਉਂਕਿ ਆਤਮਾ ਵੈਸੇ ਵੀ ਲਾਈਟ ਹੈ, ਹਲਕੀ ਵੀ ਹੈ, ਕੋਈ ਬੋਝ ਨਹੀਂ ਹੈ, ਕੋਈ ਕੁਛ ਨਹੀਂ ਹੈ। ਤੇ ਉਸ ਵੇਲੇ ਉਹ ਚਿੱਤਰ ਆਪਣੇ ਮਨ 'ਚ ਆਉਣਾ ਚਾਹੀਦਾ ਕਿ ਤੁਸੀਂ ਆਪਣੇ ਜੋਤੀ ਸਰੂਪ 'ਚ, ਜੋਤੀ ਦੀ ਦੁਨੀਆ 'ਚ ਸ਼ਿਵ ਬਾਬਾ ਦੇ ਨਾਲ, ਜੋ ਉਹ ਵੀ ਜੋਤੀ ਸਰੂਪ ਹੈ, ਉਹਨਾਂ ਦੇ ਨੇੜੇ ਆਪਣੇ ਆਪ ਨੂੰ ਸਥਾਪਿਤ ਕਰਨਾ, ਉਹਨਾਂ ਦੇ ਨਾਲ ਜਾ ਕੇ ਬੈਠ ਜਾਣਾ। ਔਰ ਫਿਰ ਜੋ ਬਾਬਾ ਦਾ ਕੀ ਕਹੀਏ, ਉਹਨਾਂ ਦੀ ਜਿਹੜੀ ਲਾਈਟ ਹੈ, ਮਾਈਟ ਹੈ, ਕਿਰਨਾ ਹੈ, ਵਾਈਬ੍ਰੇਸ਼ਨ ਹੈ, ਉਹਨੂੰ ਫੀਲ ਕਰਨ ਦਾ ਕੋਸ਼ਿਸ਼ ਕਰਨਾ। ਜਦੋਂ ਉਹ ਤੁਸੀਂ ਕੋਸ਼ਿਸ਼ ਕਰਨਗੇ ਹੋ ਤੇ ਬਾਬਾ ਦੀ ਮਦਦ ਮਿਲਦੀ ਹੈ। ਜੋ ਬਾਬਾ ਕਹਿੰਦਾ ਤੁਸੀਂ ਇੱਕ ਕਦਮ ਅੱਗੇ ਆਉਂਦੇ ਹੋ ਤੇ ਮੈਂ ਲੱਖਾਂ ਕਦਮ ਅੱਗੇ ਆ ਕਰਕੇ ਤੁਹਾਨੂੰ ਮਿਲਦਾ ਹੀ, ਔਰ ਆਤਮਾ ਨੂੰ ਸ਼ਕਤੀਸ਼ਾਲੀ ਬਣਾਉਣ ਵਾਸਤੇ ਆਪਣੀ ਕਿਰਨਾਂ ਤੁਹਾਨੂੰ ਦਿੰਦਾ ਹੀ। ਇਹ ਥੋੜ੍ਹਾ ਜਿਹਾ ਅਭਿਆਸ ਕਰਨ ਨਾਲ ਇਤਨਾ ਅੱਛਾ ਲੱਗਦਾ ਹੀ ਫਿਰ, ਔਰ ਫਿਰ ਤੇ ਦਿਲ ਹੁੰਦੀ ਹੈ ਕਿ ਬਸ ਉਹਦੇ 'ਚ ਖੋ ਜਾਈਏ, ਉਹਦੀ ਗਹਿਰਾਈ 'ਚ ਹੋਰ ਜਾਈਏ। ਔਰ ਜਦੋਂ ਅੰਦਰ ਸ਼ਾਂਤੀ ਦਾ, ਬਾਬਾ ਦੇ ਪਿਆਰ ਦਾ, ਅੱਛੀ ਫੀਲਿੰਗ ਆਉਂਦੀ ਹੈ ਤੇ ਉਹਨੂੰ ਐਪਰੀਸ਼ੀਏਟ ਕਰੋ ਆਪਣੇ ਮਨ 'ਚ। ਬਾਬਾ ਇਤਨਾ ਸੁੱਖ ਮਿਲ ਰਿਹਾ ਅੱਜ। ਜਦੋਂ ਤੁਸੀਂ ਇਹ ਸੋਚਣਗੇ ਹੋ ਤਾਂ ਉਹ ਹੋਰ ਮਲਟੀਪਲਾਈ ਕਰ ਜਾਏਗਾ। ਜਿਸ ਤਰ੍ਹਾਂ ਤੁਸੀਂ ਇੱਕ ਦੇ ਰਾਈਟ ਸਾਈਡ ਤੇ 0 ਲਗਾ ਦਿਓ ਤੇ 10, ਉਹਦੇ ਇੱਕ ਰਾਈਟ ਸਾਈਡ ਤੇ ਦੂਸਰਾ 0 ਲਗਾ ਦਿਓ ਤੇ 100, ਉਹਦੇ ਰਾਈਟ ਸਾਈਡ ਤੇ ਇੱਕ ਹੋਰ 0 ਲਗਾ ਦਿਓ ਤੇ 1000। ਤੇ ਇਹ ਇਸੇ ਤਰ੍ਹਾਂ ਹੀ ਜਦੋਂ ਸ਼ਿਵ ਬਾਬਾ ਨੂੰ ਤੁਸੀਂ ਥੋੜ੍ਹਾ ਜਿਹਾ ਮਨ 'ਚ ਪਿਆਰ ਨਾਲ ਯਾਦ ਕਰਦੇ ਰਹਿਣਗੇ ਹੋ ਤੇ ਇੱਕ ਪ੍ਰਕਾਰ ਦੀ ਤੁਹਾਡੀ ਉਹ ਜਿਹੜੀ ਕਮਾਈ ਹੈ, ਸੱਚੀ ਕਮਾਈ, ਉਹ ਇਸ ਤਰ੍ਹਾਂ ਐਡੀਸ਼ਨ ਹੁੰਦੀ ਜਾਂਦੀ ਹੈ। ਤੁਸੀਂ ਬੈਠੇ ਬੈਠੇ ਫੀਲ ਕਰਨਗੇ ਹੋ ਤੁਸੀਂ ਤੇ ਅਰਬਪਤੀ, ਕਰੋੜਪਤੀ ਤੇ ਕਿਆ ਸਾਰੇ ਵਿਸ਼ਵ ਦੇ ਪਤੀ ਬਣ ਜਾਣਗੇ। ਇਹ ਤਰੀਕਾ ਹੈ ਬਾਬਾ ਦੀ ਯਾਦ 'ਚ ਮਨ ਨੂੰ ਲਗਾ ਕਰਕੇ ਆਪਣੇ ਆਪ ਨੂੰ ਇਤਨਾ ਸਸ਼ਕਤ ਵੀ ਬਣਾਉਣਾ ਔਰ ਇਤਨਾ ਭਾਗਯਸ਼ਾਲੀ ਵੀ ਬਣਾਉਣਾ। ਜੀ ਭਾਈ ਸਾਹਿਬ, ਅੱਜ ਤੁਸੀਂ ਯੋਗ ਦੀ ਪ੍ਰਕਿਰਿਆ ਸਾਨੂੰ ਅੱਜ ਕਰਾਈ, ਬਹੁਤ ਹੀ ਅੱਛਾ ਅਨੁਭਵ ਹੋਇਆ। ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਯੋਗ ਸਾਨੂੰ ਕਰਵਾਉਂਦੇ ਔਰ ਨਾਲੇ ਪਰਮਾਤਮਾ ਦੀ ਯਾਦ ਵੀ ਦਿਲਾਉਂਦੇ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੇ ਦਰਸ਼ਕਾਂ ਨੂੰ ਇਹ ਪ੍ਰਕਿਰਿਆ ਬਹੁਤ ਅੱਛੀ ਲੱਗੀ ਹੋਣੀ। ਆਪਣੇ ਘਰ 'ਚ ਬੈਠ ਕੇ, ਆਪਣੇ ਆਫਿਸ 'ਚ ਬੈਠ ਕੇ, ਆਪਣੇ ਸਕੂਲ 'ਚ, ਆਪਣੇ ਕਾਲਜ 'ਚ, ਕਿੱਥੇ ਵੀ ਜਾ ਕੇ ਸ਼ਾਂਤੀਪੂਰਵਕ ਪਰਮਾਤਮਾ ਨੂੰ ਯਾਦ ਕਰ ਸਕਦੇ ਹਾਂ। ਅਗਲੀ ਕੜੀ 'ਚ ਫਿਰ ਅਸੀਂ ਯੋਗ ਦੇ ਬਾਰੇ 'ਚ ਹੀ ਗੱਲ ਕਰੂੰਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ, ਧੰਨਵਾਦ। ਸ਼ਾਂਤੀ। ਹਾਂਜੀ।